ਹੈਲੋ एवरीवन ਵੈਲਕਮ ਬੈਕ ਟੂ ਵਨਸ ਅਗੇਨ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈਗਾ ਜੀ ਉਹ ਹੈਗਾ ਯਾਨੀ ਕਿ ਇੰਟੈਲੀਜੈਂਸੀ ਬਾਰੇ ਪੜਾਂਗੇ ਆਪਾਂ ਵੀ ਇਹਦੇ ਵਿੱਚ ਜਿਹੜਾ ਕੀ ਇੰਪੋਰਟੈਂਟ ਹੈਗਾ ਤੇ ਇਹਦੀਆਂ ਥਿਊਰੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਆ। ਇਸ ਤੋਂ ਪਹਿਲਾਂ ਜਿਹੜਾ ਕਿ ਆਪਾਂ ਕਨਸੈਪਟ ਕਲੀਅਰ ਕਰਾਂਗੇ ਕਿ ਇੰਟੈਲੀਜੈਂਸੀ ਕੀ ਹੁੰਦੀ ਹੈ। ਤਾਂ ਚਲਿਏ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਦਿੱਤਾ ਗਿਆ ਦ ਅਬਿਲਿਟੀ ਟੂ ਇਕਵਾਇਰ, ਜਿਹੜੀ ਵੀ ਸਾਡੀ ਯੋਗਤਾ ਹੁੰਦੀ ਹੈ ਅਬਿਲਿਟੀ ਟੂ ਇਕਵਾਇਰ ਐਂਡ ਅਪਲਾਈ ਦਾ ਨੌਲੇਜ, ਜਿਹੜੀ ਚੀਜ਼ ਅਸੀਂ ਨੌਲੇਜ ਜਿਹੜੀ ਕਿ ਅਪਲਾਈ ਕਰਦੇ ਐਂਡ ਦਾ ਸਕਿੱਲਸ ਇਟ ਇਜ਼ ਦਾ ਅਬਿਲਿਟੀ ਟੂ ਕੀ ਹੁੰਦੀ ਹੈ, ਯਾਨੀ ਕਿ ਸਾਡੀ ਜਿਹੜੀ ਬੁੱਧੀ ਹੁੰਦੀ ਆ, ਜਿਹੜੀ ਸਾਡੀ ਮੈਂਟਲ ਅਬਿਲਿਟੀ ਹੁੰਦੀ ਆ ਉਹ ਕੀ ਹੁੰਦੀ ਆ ਅਬਿਲਿਟੀ ਟੂ ਐਡਜਸਟ ਵਿਦ ਕਿਹਦੇ ਨਾਲ ਕਰਦੀ ਆ ਇਨਵਾਇਰਮੈਂਟ ਐਂਡ ਅਬਿਲਿਟੀ ਟੂ ਲਰਨ। ਠੀਕ ਹੈ, ਸਾਡੇ ਵਿੱਚ ਇਹ ਯੋਗਤਾ ਹੁੰਦੀ ਹੈ ਵੀ ਅਸੀਂ ਕਿਸੇ ਚੀਜ਼ ਨੂੰ ਜਿਹੜਾ ਕਿ ਸਿੱਖ ਸਕੀਏ ਐਂਡ ਅਬਿਲਿਟੀ ਟੂ ਕੈਰੀ ਆਊਟ ਦਾ ਅਬਸਟਰੈਕਟ ਰੀਜ਼ਨਿੰਗ। ਅਬਸਟਰੈਕਟ ਰੀਜ਼ਨਿੰਗ ਦਾ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਸੀ, ਅਮੂਰਤ ਚੀਜ਼ਾਂ। ਠੀਕ ਹੈ, ਜਿਹਦੇ ਬਾਰੇ ਦੇਖੋ ਕੌਨਕਰੀਟ ਕੀ ਸੀ, ਕੌਨਕਰੀਟ ਦਾ ਮਤਲਬ ਸੀ ਜਿਹੜਾ ਕੀ ਹੈ ਮੂਰਤ ਹੁੰਦੀਆਂ ਜਿਹੜੀਆਂ ਚੀਜ਼ਾਂ ਅਸੀਂ ਦੇਖ ਸਕਦੇ ਹਾਂ। ਠੀਕ ਹੈ, ਇਹ ਕੀ ਹੈ ਅਮੂਰਤ ਜਿਹੜੀ ਕੀ ਹੈ ਰੀਜ਼ਨਿੰਗ ਆ, ਜਿਹੜੀ ਚੀਜ਼ ਕੀ ਹੈ ਸਾਡੇ ਸਾਹਮਣੇ ਨਾ ਹੋਵੇ ਬਟ ਉਹਦੇ ਬਾਰੇ ਆਪਾਂ ਜਿਹੜੀ ਕੀ ਹੈ ਰੀਜ਼ਨਿੰਗ ਕਰ ਸਕੀਏ। ਤਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਸਾਡੀ ਬੁੱਧੀ ਜਾਂ ਇੰਟੈਲੀਜੈਂਸੀ ਹੁੰਦੀ ਆ ਉਹ ਕੀ ਹੁੰਦੀ ਹੈ, ਸਾਡੀ ਅਬਿਲਿਟੀ ਹੁੰਦੀ ਹੈ ਕਿਸੇ ਚੀਜ਼ ਨੂੰ ਐਕਵਾਇਰ ਕਰਨ ਲਈ। ਠੀਕ ਹੈ, ਉਸ ਚੀਜ਼ ਜਿਹੜੀ ਚੀਜ਼ ਅਸੀਂ ਐਕਵਾਇਰ ਕੀਤੀ ਆ ਉਸ ਚੀਜ਼ ਨੂੰ ਅਪਲਾਈ ਕਰਦੀ ਹੈ ਨੌਲੇਜ, ਅਤੇ ਸਾਡੇ ਵਿੱਚ ਸਕਿੱਲਸ ਹੁੰਦੀਆਂ। ਠੀਕ ਹੈ, ਇਟ ਇਜ਼ ਦਾ ਅਬਿਲਿਟੀ ਟੂ ਐਡਜਸਟ, ਉਸ ਚੀਜ਼ ਨੂੰ ਐਡਜਸਟ ਕਰਨਾ ਕਿਹਦੇ ਨਾਲ ਇਨਵਾਇਰਮੈਂਟ ਨਾਲ, ਅਤੇ ਅਬਿਲਿਟੀ ਟੂ ਲਰਨ ਕਿਸੇ ਚੀਜ਼ ਨੂੰ ਸਿੱਖਣਾ, ਉਸ ਚੀਜ਼ ਨੂੰ ਕੈਰੀ ਕਰਨਾ ਆਊਟ ਦਾ ਅਬਸਟਰੈਕਟ ਰੀਜ਼ਨਿੰਗ ਦੇ ਨਾਲ, ਤਾਂ ਕਿ ਅਸੀਂ ਤਰਕ ਲਾ ਸਕੀਏ ਅਮੂਰਤ ਚੀਜ਼ਾਂ ਬਾਰੇ। ਠੀਕ ਹੈ, ਇੱਥੋਂ ਤੁਹਾਨੂੰ ਕੰਸੈਪਟ ਕਲੀਅਰ ਹੋ ਗਿਆ ਕਿ ਇੰਟੈਲੀਜੈਂਸ ਕੀ ਹੈ। ਜੇਕਰ ਇੰਟੈਲੀਜੈਂਸ ਦਾ ਆਪਾਂ ਮੀਨਿੰਗ ਦੇਖੀਏ ਕਿ ਕੀ ਹੈ ਅਤੇ ਇਹਦਾ ਮਤਲਬ ਕੀ ਹੈ। ਦੇਖੋ ਇੰਟੈਲੀਜੈਂਸ ਜਿਹੜਾ ਕਿ ਇੰਟੈਲੀਜੈਂਸੀਆ ਵਰਡ ਤੋਂ ਆਇਆ, ਜਿਹੜਾ ਕਿ ਇੱਕ ਲੈਟਿਨ ਸ਼ਬਦ ਹੈਗਾ। ਇਹਦਾ ਮਤਲਬ ਕੀ ਹੈ ਵਿਚ ਮੀਨਸ ਟੂ ਅੰਡਰਸਟੈਂਡ, ਯਾਨੀ ਕਿ ਕਿਸੇ ਚੀਜ਼ ਨੂੰ ਸਮਝਣਾ। ਠੀਕ ਹੈ, ਉਹ ਇਹਦਾ ਜਿਹੜਾ ਕੀ ਹੈ ਮਤਲਬ ਆ। ਵਰਡ ਕਿੱਥੋਂ ਆਇਆ, ਇੰਟੈਲੀਜੈਂਸੀਆ ਤੋਂ ਆਇਆ, ਜਿਹੜਾ ਕਿ ਇੱਕ ਲੈਟਿਨ ਭਾਸ਼ਾ ਦਾ ਸ਼ਬਦ ਆ। ਤਾਂ ਇਹ ਆਪਣੇ ਦੋਵੇਂ ਪੁਆਇੰਟ ਜਿਹੜੇ ਕਿ ਕਲੀਅਰ ਹੋ ਗਏ। ਜੇਕਰ ਆਪਾਂ ਓਵਰਆਲ ਇਹਦੀ ਗੱਲ ਕਰੀਏ ਕਿ ਇੰਟੈਲੀਜੈਂਟ ਕੀ ਹੁੰਦੀ ਹੈ, ਤਾਂ ਇੱਕ IQ ਜਿਹੜਾ ਕੀ ਆ ਫਾਰਮੂਲਾ ਦਿੱਤਾ ਗਿਆ। ਠੀਕ ਹੈ, ਇਹ ਬਹੁਤ ਹੀ ਇੰਪੋਰਟੈਂਟ ਆ ਅਤੇ ਇਹ ਤੁਹਾਨੂੰ ਆਉਣਾ ਚਾਹੀਦਾ, ਕਿਉਂਕਿ ਇਹਦੇ ਨਾਲ ਰਿਲੇਟਡ ਜਿਹੜਾ ਕਿ ਐਗਜ਼ਾਮ ਦੇ ਵਿੱਚ ਕੁਐਸਚਨ ਵੀ ਕਈ ਵਾਰ ਪੁੱਛ ਲਿਆ ਜਾਂਦਾ। ਕਿਹੜਾ ਇਹ IQ? ਠੀਕ ਹੈ, ਇਕੁਅਲਟੀ ਮੈਂਟਲ ਏਜ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਕ੍ਰੋਨੋਕੋਲੋਜੀਕਲ ਏਜ ਐਂਡ ਮਲਟੀਪਲਾਈ ਕਰਨਾ ਉਹਦੇ ਨਾਲ 100 ਦੇ ਨਾਲ। ਤਾਂ ਇਹ ਤੁਹਾਨੂੰ ਫਾਰਮੂਲਾ ਜਿਹੜਾ ਕੀ ਹੈ ਪਤਾ ਹੋਣਾ ਚਾਹੀਦਾ, ਤਾਂ ਹੀ ਤੁਸੀਂ ਜਿਹੜਾ ਕੀ ਹੈ, ਕਿਉਂਕਿ ਐਗਜ਼ਾਮ ਦੇ ਵਿੱਚ ਇੱਕ ਅੱਧਾ ਕੁਐਸਚਨ ਆ ਜਾਂਦਾ ਜੇਕਰ ਤੁਹਾਨੂੰ ਇਹ ਫਾਰਮੂਲਾ ਪਤਾ ਹੋਊਗਾ। ਉਹਦੇ ਵਿੱਚ ਦਿੱਤਾ ਹੁੰਦਾ ਕਿ ਜੇਕਰ ਬੱਚੇ ਦੀ ਵਾਸਤਵਿਕ ਉਮਰ ਇੰਨੀ ਹੈਗੀ ਹੈ ਅਤੇ ਜੇਕਰ ਬੱਚੇ ਦੀ ਜਿਹੜੀ ਕਿ ਮੈਂਟਲ ਏਜ ਮੰਨ ਲਓ 14 ਹੈਗੀ ਆ, ਤਾਂ ਜੇ ਕ੍ਰੋਨੋਕਲ ਦਾ ਮਤਲਬ ਹੁੰਦਾ ਵਾਸਤਵਿਕ ਏਜ। ਠੀਕ ਹੈ, ਵਾਸਤਵਿਕ ਜਿਹੜੀ ਕਿ ਉਮਰ ਹੋਊਗੀ ਇਹਦੀ ਪੰਜਾਬੀ ਇਹ ਆ ਕ੍ਰੋਨੋਕਲ ਦੀ। ਕ੍ਰੋਨੋਕਲ ਏਜ ਦਾ ਮਤਲਬ ਹੁੰਦਾ ਵਾਸਤਵਿਕ ਉਮਰ, ਅਤੇ ਮੈਂਟਲ ਜਿਹੜੀ ਕੀ ਆ ਉਮਰ ਹੋਊਗੀ ਦੋਵੇਂ ਦਿੱਤੀ ਹੋਊਗੀ, ਉਹਨੂੰ ਮਲਟੀਪਲਾਈ ਕਰਨਾ 100 ਨਾਲ, ਅਤੇ ਤੁਹਾਡਾ IQ ਜਿਹੜਾ ਕੀ ਆ ਨਿਕਲ ਜੂਗਾ। ਤਾਂ ਇਸ ਤਰੀਕੇ ਨਾਲ ਇਹ ਤੁਹਾਨੂੰ ਫਾਰਮੂਲਾ ਜਿਹੜਾ ਕੀ ਪਤਾ ਹੋਣਾ ਚਾਹੀਦਾ। ਨੈਕਸਟ ਹੈਗਾ ਆ ਬਹੁਤ ਇੰਪੋਰਟੈਂਟ ਜਿਹੜੇ ਕੀ ਆ ਪੁਆਇੰਟ ਹੈਗੇ ਆ, ਇਹਦੇ ਵਿੱਚ ਜਿਹੜੇ ਕਿ ਆਮ ਹੀ 1 ਨੰਬਰ ਦਾ ਕੁਐਸਚਨ ਜਿਹੜਾ ਕਿ ਪੁੱਛ ਲਿਆ ਜਾਂਦਾ। ਐਲਫਰਡ ਬਿਨੇ ਐਂਡ ਸਾਈਮਨ ਨੇ ਜਿਹੜਾ ਕਿ ਫਸਟ ਟੈਸਟ ਦਿੱਤਾ ਸੀ ਇੰਟੈਲੀਜੈਂਸੀ ਦਾ, ਕਿੰਨੇ ਈਅਰ ਦੇ ਵਿੱਚ ਦਿੱਤਾ, 1904 ਦੇ ਵਿੱਚ ਦਿੱਤਾ। ਤਾਂ ਇਹ ਬਹੁਤ ਇੰਪੋਰਟੈਂਟ ਹੈ ਕਿ ਫਸਟ ਟੈਸਟ ਕਿਹਨਾਂ ਨੇ ਕੀਤਾ, ਐਲਫਰਡ ਬਿਨੇ ਤੇ ਸਾਈਮਨ ਨੇ। ਠੀਕ ਹੈ, ਨੈਕਸਟ ਹੈਗਾ ਜਿਹੜਾ ਕਿ ਇਸ ਟੈਸਟ ਨੂੰ ਜਿਹੜਾ ਕਿ ਰਿਵਾਈਜ਼ ਕੀਤਾ ਗਿਆ 1908 ਦੇ ਵਿੱਚ। ਤਾਂ ਇਹ ਵੀ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗੇ ਆ। ਉਸ ਤੋਂ ਬਾਅਦ ਜੇਕਰ ਆ ਫਾਰਮੂਲੇ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਕੁਐਸਚਨ ਦੇ ਵਿੱਚ ਹਰ ਵਾਰ ਟੈਟ ਦੇ ਵਿੱਚ ਇਹਦੇ ਨਾਲ ਰਿਲੇਟਡ ਕੁਐਸਚਨ ਪੁੱਛ ਲਿਆ ਜਾਂਦਾ ਕਿ ਮੈਂਟਲ ਏਜ ਕਿਹਨੇ ਦਿੱਤਾ, IQ ਫਾਰਮੂਲਾ ਕਿਹਨੇ ਦਿੱਤਾ। ਤਾਂ ਅਕਸਰ ਜਿਹੜੇ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਬਹੁਤ ਸਾਰੀਆਂ ਇਹ ਵਾਲੇ ਕੁਐਸਚਨ ਦੇ ਵਿੱਚ ਜਿਹੜੀ ਕਿ ਕਨਫਿਊਜ਼ਨ ਰਹਿੰਦੀ, ਕਿਉਂਕਿ ਉਹਨਾਂ ਨੂੰ ਇਹ ਨਹੀਂ ਸਮਝ ਆਉਂਦਾ, ਕਿਉਂਕਿ ਸਭ ਦੇ ਨਾਮ ਜਿਹੜੇ ਕਿ ਸੇਮ ਜਿਹੇ ਲੱਗਦੇ। ਠੀਕ ਹੈ, ਤਾਂ ਇੱਥੇ ਮੈਂ ਤੁਹਾਡੇ ਲਈ ਇਕੱਲੀ ਉਹ ਚੀਜ਼ ਲੈ ਕੇ ਆਈ ਹਾਂ ਵੀ ਜਿਹੜਾ IQ ਸ਼ਬਦ ਹੈਗਾ, IQ ਸ਼ਬਦ ਜੇ ਕਿਸੇ ਨੇ ਕੁਆਇਨ ਕੀਤਾ ਤਾਂ ਉਹ ਆਇਆ 1912 ਦੇ ਵਿੱਚ। ਕਿਹਨੇ ਕੀਤਾ, ਵਿਲੀਅਮ ਸਟਰਨ ਨੇ ਕੀਤਾ। ਤਾਂ ਇਹ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗੇ ਆ, ਕਿਉਂਕਿ ਉਹ 1 ਨੰਬਰ ਵਿੱਚ ਇਹ ਕੁਐਸਚਨ ਈਜ਼ੀਲੀ ਪੁੱਛ ਲਿਆ ਜਾਂਦਾ। ਉੱਥੇ ਆਪਸ਼ਨ ਦੇ ਵਿੱਚ ਰੱਖ ਦਿੱਤਾ ਜਾਂਦਾ ਕਿ ਵਿਲੀਅਮ ਸਟਰਨ ਆ, ਐਲਫਰਡ ਬਿਨੇ ਆ, ਟਰਮਨ ਆ, ਠੀਕ ਹੈ, ਜਾਂ ਕੋਈ ਹੋਰ ਆ। ਤਾਂ ਉੱਥੇ ਅਕਸਰ ਇਹ ਚੀਜ਼ ਦੀ ਕਨਫਿਊਜ਼ਨ ਆਉਂਦੀ ਆ, ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਨਾਲ ਜਿਹੜਾ ਕਿ ਸਮਝੋ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਕਿ ਮੈਂਟਲ ਏਜ ਕਿਹਨੇ ਦਿੱਤੀ, ਯਾਨੀ ਕਿ ਆ ਮੈਂਟਲ ਏਜ ਵਾਲਾ ਪੁਆਇੰਟ ਕਿਹਨੇ ਦਿੱਤਾ, ਤਾਂ ਉਹ ਹੈਗਾ ਐਲਫਰਡ ਬਿਨੇ। ਤਾਂ ਇਹ ਵੀ ਬਹੁਤ ਹੀ ਇੰਪੋਰਟੈਂਟ ਆ, ਤਾਈਓ ਮੈਂ ਇਹਦੇ ਵਿੱਚ ਜਿਹੜੇ ਕਿ ਸਟਾਰ ਲਗਾਏ ਹੋਏ ਆ, ਤਾਂ ਕਿ ਤੁਹਾਨੂੰ ਮੈਂ ਦੱਸਦਾ ਵੀ ਇਹਦੇ 'ਚੋਂ ਕੁਐਸਚਨ ਜਿਹੜਾ ਕਿ ਇੱਕ
हर वारी टैट दे विच जिहड़ा कि पुछया जांदा, तो इस चीज़ को जरूर ध्यान च रखियो, ठीक है। नैक्सट जेकर आप पूरे ओवरऑल की गल करिए कि IQ फार्मूला किने रिप्रजेंट किया जां IQ फार्मूला कौन लैके आया, तो 1916 दे विच लुइस टर्मन ने इनू जिहड़ा कि पहली बार यूज़ किया सीगा। तो ये फार्मूला जिहड़ा कि कौन लैके आया, IQ फार्मूला। MA शॉर्ट दे विच इहदा मतलब हो गया मैंटल एज, CA का मतलब हो गया क्रोनिकल एज एंड मल्टीप्लाई जिहड़ा कि 100। तो ये जिहड़ा कि लुइस टर्मन ने जिहड़ा कि यूज़ किया सी। तो ये जिहड़े पॉइंट बहुत ज़्यादा इंपॉर्टेंट हैगे आ, तो इनू जिहड़ा कि वधिया तरीके नाल करियो। नैक्सट आपां इहदे बारे जिहड़ा कि डिस्कस करते हैं अगले पॉइंट। तो नैक्सट अपना हैगा ये चार्ट जिहड़ा कि तुहानूं ये भी चीज़ आनी चाहिए कि क्लासीफिकेशन ऑफ टाइप की है, तो IQ किवें तुसीं कढ सकदे हो जेकर तुहानूं कोई सम आ जांदा, ठीक है। जिवें मैं तुहानूं दस्सिया सीगा भी मैंटल एज जिहड़ी कि क्रोनिकल एज मल्टीप्लाई 100 दे नाल, तो तुसीं उस हिसाब नाल जिहड़ा कि जिहड़ा भी आंसर आऊगा उस हिसाब नाल तुसीं देखोगे कि बच्चे की जिहड़ी की है बुद्धि किस तरीके नाल। जेकर बच्चा जीनियस होया जानी कि जेकर 140 होया तो अबव 140 तो जेकर अबव आ जाए तो यदा मतलब वो की हुंदा, वो जीनियस हुंदा। इस तरीके नाल वैरी सुपीरियर हुंदा 130 तो 139 तक, ठीक है। तो इस तरीके का तुहानूं सारा चार्ट जिहड़ा कि आना चाहिए। वैसे मोस्टली जेकर आप देखिए कि आम परसन दे विच किन्ना हुंदा, तो आम परसन विच हमेशा एवरेज हुंदी है जिहड़ी होगी 90 तो 110। जेकर असीं ये मन्नीए कि साडी बुद्धि का लैवल की होगा तो साडा जिहड़ा कि 90 तो 110 दे विचाले होगा, तो असीं कह सकते हैं वैसे इस चीज़ नूं बैटर मन्निया जांदा। इस तो अबव वाले तो हमेशा जिहड़े बच्चे ज़्यादा क्रिएटिविटी वाले होणगे जां ज़्यादा जिहड़े कि जीनियस होणगे। इस तो जिहड़ा नीचे वाला चार्ट जेकर आप थल्ले देखिए तो सारे जिहड़े कि जिवें ईडियट्स की जेकर गल करिए तो 0 तो 24 दे विच जिहड़ी कि एवरेज आऊगी, ठीक है। जेकर आप जमां डल परसन बारे कहिए जां बॉर्डर लाइन वाले कहिए तो उन्हां दा जिहड़ा की आऊगा ओह 70 तो जिहड़ा कि 79 दे विच आऊगा। तो इस तरीके नाल असीं कह सकते हैं कि ये पूरा चार्ट भी तुहानूं जिहड़ा पता होना चाहिए। तो ये आ चीज़ तुसीं जरूर याद करके जानी है मेन कि जेकर कोई आपनूं क्वेश्चन आ जांदा इस तरीके का तो वो तुसीं ईजिली जिहड़ा कि उहनूं सॉल्व कर सको। तो नैक्सट अपनी जिहड़ी कि है थ्योरी हैगी है जी। हुण आपां इंटैलीजेंस दीयां थ्योरियां जिहड़ियां कि स्टार्ट करते हैं। तो अज दी अपनी फस्ट जिहड़ी कि है पहली थ्योरी का नाम हैगा चार्ल्स स्पेयरमैन टू फैक्टर थ्योरी, जिहड़ी कि बहुत ही इंपॉर्टेंट थ्योरी हैगी आ। बट इहदे विच जिहड़ा कि हमेशा जिहड़ा कि नॉर्मल 2 क्वेश्चन ही जिहड़े पुछे जांदे है कि इहने किहड़ी फैक्टर इहने अपनी थ्योरी दे विच किस नूं इंपॉर्टेंस दित्ती है। तो उहदे विच इहने अपनी थ्योरी दे विच कल्ला G ते S फैक्टर नूं जिहड़ा कि इंपॉर्टेंस दित्ती है। तो जां कई बार ये क्वेश्चन पुछ रहे जांदे कि G S ते S फैक्टर जिहड़ा कि किहड़े राइट किहने दित्ता। तो उहदे विच जिहड़ा कि ऑप्शन विच दिया जांदा स्पेयरमैन आ, थॉर्नडाइक आ, ठीक है, गिलफोर्ड आ जां गार्डनर आ। तो उस तरीके नाल तुसीं ईजिली फाइंड करके उत्थे टिक कर सकते हो तो तुहाडा क्वेश्चन जिहड़ा कि राइट जाऊगा। तो चलिए इहदे बारे डिस्कस करते हैं। स्पेयरमैन जिहड़ा कि एक ब्रिटिश साइकोलॉजिस्ट रहे आ ते जिहड़े कि किहदे तो प्रभावित होकर इन्हां ने थ्योरी दित्ती है। ये भी बहुत इंपॉर्टेंट आ। ये इन्फ्लुएंसड होए सी गाल्टन तो, यानी कि गाल्टन ने अपनी इंटैलीजेंसी बुद्धि के उपर थ्योरी दित्ती तो उहदे तो प्रभावित होकर जिहड़ा कि इन्हें स्पेयरमैन ने जिहड़ा कि थ्योरी दित्ती। तो अपना फर्स्ट पॉइंट क्लीयर हो गया। नैक्सट हैगा ही इज़ नोन एज द फादर ऑफ द फैक्टर एनालाइज। तो कई बार ये भी क्वेश्चन पूछा जा सकता है कि फैक्टर एनालाइज का जिहड़ा कि पितामा कौन है, जां फादर कौन है, कौन किने कहा कि फैक्टर एनालाइज किए है, तो वह कौन सी स्पेयरमैन। तो ये भी बहुत इंपॉर्टेंट पॉइंट हो गया। नैक्सट हैगा ही सैड इंटैलीजेंस इज़ मेड बाय द 2 फैक्टर्स द जनरल फैक्टर एंड द स्पैसीफिक फैक्टर। तो ये भी बहुत इंपॉर्टेंट है कि इन्हें सिर्फ 2 फैक्टर्स के बारे गल की है। इस करके ये थ्योरी का नाम भी जोड़ा कि 2 फैक्टर्स थ्योरी रखा गया। किहदे बारे गल की ये 2 वर्ड जोड़े कि बहुत इंपॉर्टेंट है जिहदे विच उन्हें गल की है द जरनल फैक्टर द स्पैसीफिक फैक्टर। जरनल का मतलब हुंदा आम तौर पर, है ना, आम तौर पर जिहड़ी भी अपनी जिहड़ी कि सधारण बुद्धि होगी, इत्थे मैं लिख दिंदी हां, जिहड़ी सधारण अपनी बुद्धि होगी ਉਹਨੂੰ ਇਹਨੇ ਕਿਹਾ ਹੈਗਾ ਜਰਨਲ ਫੈਕਟਰ। ਤੇ ਸਪੈਸੀਫਿਕ ਜਿਹੜੀ ਹੋਊਗੀ ਬਹੁਤ ਖਾਸ ਹੋਊਗੀ, ਜਿਹਦੇ ਵਿੱਚ ਜਿਹੜੀ ਚੀਜ਼ ਦੇ ਵਿੱਚ ਖਾਸ ਬੁੱਧੀ ਹੋਊਗੀ ਉਹਨੂੰ ਕਿਹਾ ਇਹਨੇ ਸਪੈਸੀਫਿਕ
ਫੈਕਟਰ। ਤਾਂ ਇੱਥੋਂ ਤੁਹਾਨੂੰ ਇਹਦੇ ਨਾਮ ਕਲੀਅਰ ਹੋ ਗਏ। ਹੁਣ ਦੋਵਾਂ ਵਿੱਚ ਡਿਫਰੈਂਟ ਵੇਖਦੇ ਆ ਕਿ ਜਨਰਲ ਫੈਕਟਰ ਤੇ ਸਪੈਸੀਫਿਕ ਫੈਕਟਰ 'ਚ ਫਰਕ ਕੀ ਹੈ। ਠੀਕ ਹੈ, ਜਨਰਲ ਫੈਕਟਰ ਦਾ ਫਸਟ ਪੁਆਇੰਟ ਇਹਦੇ ਵਿੱਚ ਇਹਨੇ ਦੱਸਿਆ ਕਿ ਸਮਾਨ ਬੁੱਧੀ ਤੱਤ ਉਹ ਬੁੱਧੀ ਆ ਜੋ ਵਿਅਕਤੀ ਦੇ ਹਰ ਕੰਮ ਵਿੱਚ ਸ਼ਾਮਿਲ ਹੁੰਦੀ ਹੈ। ਯਾਨੀ ਕਿ ਜਿਹੜਾ ਜਨਰਲ ਫੈਕਟਰ ਹੈਗਾ ਉਹ ਹਰੇਕ ਵਿਅਕਤੀ ਦੀ ਮਾਈਂਡ ਦੇ ਵਿੱਚ ਹੁੰਦਾ, ਹਰੇਕ ਵਿਅਕਤੀ ਵਿੱਚ ਜਿਹੜੀ ਕਿ ਸਧਾਰਨ ਬੁੱਧੀ ਹੁੰਦੀ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਵੀ ਕੋਈ ਪਰਸਨ ਜਿਹੜਾ ਕਿ ਇੰਟੈਲੀਜੈਂਟ ਨਹੀਂ ਹੁੰਦਾ ਗਾ, ਹਰੇਕ ਦੇ ਵਿੱਚ ਇਹ ਤੱਤ ਜਿਹੜਾ ਕਿ ਸ਼ਾਮਿਲ ਹੁੰਦਾ। ਬਟ ਜੇਕਰ ਸਪੈਸੀਫਿਕ ਦੀ ਗੱਲ ਕਰੀਏ, ਐਸ ਸ਼ਾਰਟ ਦੇ ਵਿੱਚ ਦਿੱਤਾ ਹੋਇਆ ਸਪੈਸੀਫਿਕ, ਤਾਂ ਉਹ ਕਹਿੰਦਾ ਇਟ ਇਜ਼ ਅ ਚੇਂਜੇਬਲ। ਠੀਕ ਹੈ, ਇਨ ਅ ਨੇਚਰ, ਯਾਨੀ ਕਿ ਜਿਹੜੀ ਇਹ ਬੁੱਧੀ ਆ ਇਹਨੂੰ ਆਪਾਂ ਚੇਂਜ ਕਰ ਸਕਦੇ ਆ ਕੁਦਰਤ ਦੇ ਵਿੱਚ। ਤੇ ਕਿੱਥੋਂ ਪ੍ਰਭਾਵਿਤ ਹੁੰਦੇ ਆ? ਟ੍ਰੇਨਿੰਗ ਤੇ ਐਜੂਕੇਸ਼ਨ ਤੋਂ ਜਿਹੜੀ ਕਿ ਪ੍ਰਭਾਵਿਤ ਹੁੰਦੀ ਹੈ। ਦੇਖੋ ਐਸ ਫੈਕਟਰ ਦਾ ਇੱਥੇ ਮਤਲਬ ਕੀ ਹੈ ਕਿ ਜਿਵੇਂ ਮੰਨ ਲਓ ਕਿਸੇ ਬੱਚੇ ਦਾ ਜਿਹੜੀ ਚੀਜ਼ ਦੇ ਵਿੱਚ ਇੰਟਰਸਟ ਹੈਗਾ ਹੈ ਨਾ, ਉਹਦੀ ਸਕਿੱਲ ਕੀ ਹੈਗੀ ਆ, ਜਿਹੜੀ ਵੀ ਉਹਦੇ ਵਿੱਚ ਸਕਿੱਲ ਹੋਊਗੀ ਉਹ ਐਜੂਕੇਸ਼ਨ ਰਿਲੇਟਡ ਹੋ ਸਕਦੀ ਹੈ ਜਾਂ ਕਿਸੇ ਵੀ ਫੀਲਡ ਰਿਲੇਟਡ ਹੋ ਸਕਦੀ ਆ। ਕਿਸੇ ਇੱਕ ਚੀਜ਼ ਦੇ ਵਿੱਚ ਬੱਚੇ ਦਾ ਬਹੁਤ ਜ਼ਿਆਦਾ ਮਹਾਰਤ ਹਾਸਲ ਕਰਨਾ, ਯਾਨੀ ਕਿ ਬੱਚੇ ਦਾ ਬਹੁਤ ਜ਼ਿਆਦਾ ਇੰਟਰਸਟ ਆ ਉਸ ਫੀਲਡ ਦੇ ਵਿੱਚ, ਤਾਂ ਜਿਹੜਾ ਉਹਦੀ ਜਿਹੜੀ ਉਹ ਇੰਟੈਲੀਜੈਂਸੀ ਹੋਊਗੀ ਉਹ ਸਪੈਸੀਫਿਕ ਹੋਊਗੀ। ਕਿਉਂਕਿ ਜਰਨਲ ਆਮ ਤੌਰ 'ਤੇ ਹਰੇਕ ਦੇ ਮਾਈਂਡ ਦੇ ਵਿੱਚ ਜਿਹੜੀ ਕਿ ਆਪਾਂ ਕਹਿ ਸਕਦੇ ਹਾਂ ਕਿ ਇੰਟੈਲੀਜੈਂਸੀ ਹੁੰਦੀ ਆ। ਹਰ ਕੋਈ ਪਰਸਨ ਦੇ ਵਿੱਚ ਜਿਹੜਾ ਹਰ ਕੋਈ ਪਰਸਨ ਇੰਟੈਲੀਜੈਂਸ ਹੁੰਦਾ, ਬਟ ਉਹ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਯੂਜ਼ ਕਰਦਾ, ਠੀਕ ਹੈ, ਉਹਦੇ ਵਿੱਚ ਕਿਹੜੀ ਸਕਿੱਲ ਜ਼ਿਆਦਾ ਹੈਗੀ ਆ ਤੇ ਕਿਹੜੀ ਸਕਿੱਲ ਜ਼ਿਆਦਾ ਵਧੀਆ ਹੈਗੀ ਆ, ਤਾਂ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ। ਬਟ ਇਹ ਜਿਹੜੀ ਕੀ ਹੈ ਇਹਨੂੰ ਆਪਾਂ ਚੇਂਜ ਕਰ ਸਕਦੇ ਹਾਂ। ਕਿਹਦੇ ਵਿੱਚ ਚੇਂਜ ਹੁੰਦੀ ਹੈ? ਇਹ ਨੇਚਰ ਵਿੱਚ ਚੇਂਜ ਹੁੰਦੀ ਹੈ। ਜੇਕਰ ਉਹ ਕਿਸੇ ਚੀਜ਼ ਬਾਰੇ ਉਹਨੂੰ ਟ੍ਰੇਨਿੰਗ ਦਿੱਤੀ ਜਾਵੇ ਜਾਂ ਐਜੂਕੇਸ਼ਨ ਦਿੱਤੀ ਜਾਵੇ ਉਸ ਚੀਜ਼ ਲਈ, ਜਿਹੜੀ ਉਹਦੇ ਵਿੱਚ ਸਕਿੱਲ ਆ। ਜਿਵੇਂ ਬੱਚੇ ਵਿੱਚ ਮੰਨ ਲਓ ਕਿ ਕਿਸੇ ਬੱਚੇ ਵਿੱਚ ਜਿਹੜੀ ਕਿ ਇੰਜੀਨੀਅਰਿੰਗ ਦੀ ਬਹੁਤ ਵਧੀਆ ਸਕਿੱਲ ਹੈਗੀ, ਕੋਈ ਬੱਚਾ ਰਾਈਟਰ ਬਹੁਤ ਵਧੀਆ ਬਹੁਤ ਵਧੀਆ ਲੈਂਦਾ, ਔਰ ਕੋਈ ਬੱਚਾ ਜਿਹੜੀ ਕਿ ਡਰਾਇੰਗ ਬਹੁਤ ਵਧੀਆ ਕਰ ਲੈਂਦਾ, ਤਾਂ ਉਹਦੀ ਸਕਿੱਲ ਜਿਹੜੀ ਕੀ ਆ ਉਹਨੂੰ ਹੋਰ ਵਧੀਆ ਬਣਾਉਣ ਲਈ ਜਿਹੜਾ ਕਿ ਟ੍ਰੇਨ ਕੀਤਾ ਜਾ ਸਕਦਾ, ਉਹਨੂੰ ਐਜੂਕੇਸ਼ਨ ਦਿੱਤੀ ਜਾ ਸਕਦੀ ਹੈ। ਤਾਂ ਇਸ ਤਰੀਕੇ ਨਾਲ ਜਿਹੜੀ ਉਹਦੀ ਇਹ ਸਕਿੱਲ ਹੋਊਗੀ ਜਿਹਦੇ ਵਿੱਚ ਉਹਦਾ ਇੰਟਰਸਟ ਆ ਵੀ ਉਹ ਡਰਾਇੰਗ ਬਹੁਤ ਵਧੀਆ ਕਰਦਾ, ਠੀਕ ਹੈ, ਜਾਂ ਬੱਚਾ ਜਿਹੜਾ ਕੀ ਆ ਵਧੀਆ ਜਿਹੜਾ ਕੀ ਆ ਕਿਸੇ ਚੀਜ਼ ਨੂੰ ਲਿਖ ਪਾਉਂਦਾ ਹੈ ਨਾ, ਤਾਂ ਉਹ ਕੀ ਹੋਗੀ? ਉਹਦੀ ਸਪੈਸੀਫਿਕ ਇੰਟੈਲੀਜੈਂਸੀ ਹੋਗੀ, ਇੱਕ ਖਾਸ ਹੋਊਗੀ। ਠੀਕ ਹੈ, ਤਾਂ ਇੱਥੋਂ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਸਪੈਸੀਫਿਕ ਦਾ ਮੀਨਿੰਗ। ਤਾਂ ਨੈਕਸਟ ਹੈਗਾ ਇਟ ਇਜ਼ ਰਿਸੀਵਡ ਬਾਏ ਜਿਹੜੀ ਕੀ ਆ ਹੈਰੀਡਿਟੀ। ਠੀਕ ਹੈ, ਜਰਨਲ ਫੈਕਟਰ ਜਿਹੜਾ ਕੀ ਆ ਹਮੇਸ਼ਾ ਉਹਨੇ ਇਹ ਗੱਲ ਕਹੀ ਆ ਕਿ ਜਿਹੜਾ ਸਾਡਾ ਜਰਨਲ ਫੈਕਟਰ ਆ ਉਹ ਸਾਨੂੰ ਹੈਰੀਡਿਟੀ ਦੇ ਥਰੂ ਆਉਂਦਾ, ਸਾਡੇ ਵੰਸ਼ ਦੇ ਥਰੂ ਆਉਂਦਾ। ਠੀਕ ਹੈ, ਤਾਂ ਇਹ ਅਸੀਂ ਕਹਿ ਸਕਦੇ ਹਾਂ। ਬਟ ਜੇਕਰ ਅਸੀਂ ਐਸ ਫੈਕਟਰ ਦੀ ਗੱਲ ਕਰੀਏ ਤਾਂ ਇਟ ਇਜ਼ ਲਰਨ ਐਂਡ ਇਕਵਾਇਰਡ ਇਨ ਦਾ ਇਨਵਾਇਰਮੈਂਟ। ਠੀਕ ਹੈ, ਇਹ ਜਿਹੜੀ ਕੀ ਆ ਸਾਨੂੰ ਇਕਵਾਇਰ, ਯਾਨੀ ਕਿ ਅਸੀਂ ਕਿੱਥੋਂ ਹਾਸਲ ਕਰਦੇ ਹਾਂ ਇਹਨੂੰ? ਇਨਵਾਇਰਮੈਂਟ ਤੋਂ ਹਾਸਲ ਕਰਦੇ ਆ ਕਿ ਸਾਡਾ ਆਲਾ ਦੁਆਲਾ ਕੀ ਆ ਹੈ ਨਾ, ਉਸ ਹਿਸਾਬ ਨਾਲ ਅਸੀਂ ਉਹ ਚੀਜ਼ਾਂ ਨੂੰ ਜਿਹੜਾ ਕਿ ਹੋਰ ਵੀ ਵਧੀਆ ਸਕਿੱਲ ਨੂੰ ਬੈਟਰ ਬਣਾ ਸਕਦੇ ਹਾਂ। ਤਾਂ ਅਸੀਂ ਇਹ ਕਹਿ ਸਕਦੇ ਕਿ ਇਹ ਚੀਜ਼ ਸਿੱਖੀ ਜਾ ਸਕਦੀ ਹੈ। ਬਟ ਇਹ ਜਿਹੜੀ ਕੀ ਆ ਜਨਰਲ ਫੈਕਟਰ ਹਮੇਸ਼ਾ ਜਨਮਜਾਤ ਹੁੰਦਾ, ਸਾਡੀ ਹੈਰੀਡਿਟੀ ਥਰੂ ਹੁੰਦਾ। ਤਾਂ ਥਰਡ ਅੱਗੇ ਪੁਆਇੰਟ ਹੈਗਾ ਇਹ ਲਰਨ ਔਰ ਪ੍ਰੈਕਟਿਸ ਦੇ ਨਾਲ ਪ੍ਰਭਾਵਿਤ ਇਹਨੂੰ ਨਹੀਂ ਕੀਤਾ ਜਾ ਸਕਦਾ। ਜੇਕਰ ਆਪਾਂ ਇਹ ਕਹੀਏ ਕਿ ਜਰਨਲ ਨੂੰ ਆਪਾਂ ਚੇਂਜ ਕਰ ਦਈਏ ਤਾਂ ਜਰਨਲ ਦੇ ਵਿੱਚ ਜਿਹੜਾ ਕੀ ਹੈ ਜਿੰਨਾ ਮਰਜ਼ੀ ਤੁਸੀਂ ਕੋਈ ਚੀਜ਼ ਨੂੰ ਸਿੱਖ ਲਓ, ਚਾਹੇ ਪ੍ਰੈਕਟਿਸ ਕਰ ਲਓ, ਉਹ ਇਸ ਚੀਜ਼ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ, ਕਿਉਂਕਿ ਉਹ ਸਾਡੀ ਹੈਰੀਡਿਟੀ ਦੇ ਥਰੂ ਆਏ ਤੇ ਹੈਰੀਡਿਟੀ ਥਰੂ ਜਿਹੜੀਆਂ ਚੀਜ਼ਾਂ ਆਈਆਂ ਹੁੰਦੀਆਂ ਉਹ ਕਦੀ ਵੀ ਚੇਂਜ ਨਹੀਂ ਕੀਤੀਆਂ ਜਾ ਸਕਦੀਆਂ। ਤਾਂ ਇਹ ਪੁਆਇੰਟ ਤੁਹਾਨੂੰ ਪਤਾ ਹੋਣਾ ਚਾਹੀਦਾ। ਨੈਕਸਟ ਜੇਕਰ ਅਸੀਂ ਐਸ ਫੈਕਟਰ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਕੀ ਹੈ ਇਹਨੂੰ ਚੇਂਜ ਕੀਤਾ ਜਾ ਸਕਦਾ। ਕਿਵੇਂ? ਉਸ ਚੀਜ਼ ਨੂੰ ਸਿੱਖ ਕੇ ਤੇ ਉਹਦੀ ਚੀਜ਼ ਦੀ ਪ੍ਰੈਕਟਿਸ ਕਰਕੇ ਇਹਨੂੰ ਜਿਹੜਾ ਕੀ ਆ ਚੇਂਜ ਕੀਤਾ ਜਾ ਸਕਦਾ। ਨੈਕਸਟ ਜੇਕਰ ਜਿਹੜਾ ਲਾਸਟ ਪੁਆਇੰਟ ਹੈਗਾ ਉਹਦੇ ਵਿੱਚ ਡਿਸਕਸ ਕਰੀਏ ਕਿ ਹਰ ਇੱਕ ਵਿਅਕਤੀ ਵਿੱਚ ਮੌਜੂਦ ਹੁੰਦੀ ਹੈ। ਦੇਖੋ ਜਰਨਲ ਜਿਹੜੀ ਕੀ ਆ ਫੈਕਟਰ ਹੈਗਾ ਉਹ ਹਰ ਇੱਕ ਵਿਅਕਤੀ 'ਚ ਮੌਜੂਦ ਹੁੰਦਾ, ਬਟ ਇਹਦੀ ਮਾਤਰਾ ਜਿਹੜੀ ਕੀ ਆ ਉਹ ਵੱਖ-ਵੱਖ ਹੁੰਦੀ ਆ। ਠੀਕ ਹੈ, ਯਾਨੀ ਕਿ ਵਿਅਕਤੀ ਜਿਹੜੇ ਕੀ ਹੈ ਡਿਫਰੈਂਟ ਹੁੰਦੇ ਆ, ਤਾਂ ਇਸ ਤਰੀਕੇ ਨਾਲ ਉਹਦੀ ਮਾਤਰਾ ਜਿਹੜੀ ਵੱਖ-ਵੱਖ, ਕਿਸੇ 'ਚ ਜਰਨਲ ਐਬਿਲਿਟੀ ਬਹੁਤ ਥੋੜ੍ਹੀ ਹੋ ਸਕਦੀ ਹੈ, ਕਿਸੇ 'ਚ ਜਰਨਲ ਐਬਿਲਿਟੀ ਬਹੁਤ ਜ਼ਿਆਦਾ ਹੋ ਸਕਦੀ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹਦੀ ਮਾਤਰਾ ਜਿਹੜੀ ਕਿ ਵੱਖ-ਵੱਖ ਹੁੰਦੀ ਹੈ। ਜੇਕਰ ਅਸੀਂ ਐਸ ਫੈਕਟਰ ਦੀ ਗੱਲ ਕਰੀਏ ਤਾਂ ਇੰਡੀਵਿਜੂਅਲਸ ਡਿਫਰ ਇਨ ਦਾ ਅਮਾਊਂਟ ਆਫ ਦਾ ਐਸ ਐਬਿਲਿਟੀ। ਤਾਂ ਇਹਦੇ ਵਿੱਚ ਵੀ ਸੇਮ ਉਹੀ ਗੱਲ ਆ ਵੀ ਵਿਅਕਤੀਆਂ ਵਿੱਚ ਭਿੰਨਤਾਵਾਂ ਨੂੰ ਦੇਖ ਕੇ ਅਲੱਗ-ਅਲੱਗ ਵਿਅਕਤੀਆਂ ਵਿੱਚ ਭਿੰਨਤਾਵਾਂ ਹੁੰਦੀਆਂ। ਕੋਈ ਵਿਅਕਤੀ ਕਿਸੇ ਵਿਅਕਤੀ ਵਰਗਾ ਸੇਮ ਨਹੀਂ, ਕਿਸੇ ਵਿਅਕਤੀ ਦਾ ਇੰਟਰਸਟ ਡਰਾਇੰਗ ਵਿੱਚ ਜ਼ਿਆਦਾ ਹੈਗਾ, ਕਿਸੇ ਵਿਅਕਤੀ ਦਾ ਜਿਹੜਾ ਕੀ ਹੈ ਸਿੰਗਿੰਗ ਦੇ ਵਿੱਚ ਆ, ਕਿਸੇ ਦਾ ਰਾਈਟਿੰਗ 'ਚ ਇੰਟਰਸਟ ਆ। ਤਾਂ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਇੰਡੀਵਿਜੂਅਲ ਡਿਫਰੈਂਸ ਹੋਣ ਕਰਕੇ ਐਸ ਦੀ ਅਮਾਊਂਟ ਐਬਿਲਿਟੀ ਵੀ ਹੁੰਦੀ ਹੈ। ਤਾਂ ਹੁਣ ਆਪਾਂ ਜਿਹੜਾ ਕਿ ਇਸ ਤੋਂ ਬਾਅਦ ਨੈਕਸਟ ਜਿਹੜਾ ਕੀ ਹੈ ਇਹਦੇ ਬਾਰੇ ਹੋਰ ਡਿਟੇਲ 'ਚ ਕਰਦੇ ਹਾਂ ਕਿ ਜੀ ਅਤੇ ਐਸ ਕਾਰਕ ਜਿਹੜੇ ਕੀ ਆ ਕਿਵੇਂ ਇਹ ਵਰਕ ਕਰਦੇ ਆ। ਨੈਕਸਟ ਆਪਣਾ ਹੈਗਾ
ਜਦੋਂ ਫਿਰ ਇੱਥੇ ਜਿਹੜਾ ਕੀ ਹੈ ਇਹਦਾ ਕ੍ਰਿਟਿਸਿਜ਼ਮ ਕੀਤਾ ਗਿਆ ਥਰਡ ਫੈਕਟਰ ਫਿਰ ਇਹਨੇ ਸ਼ਾਮਿਲ ਕੀਤਾ ਜਿਹਨੂੰ ਕਿਹਾ ਗਰੁੱਪ ਫੈਕਟਰ। ਤੇ ਇਹਦੇ ਵਿੱਚ ਜਿਹੜਾ ਕਿ ਗਿਲਫੋਰਡ ਤੇ ਥਰਸਟਨ ਨੇ ਜਿਹੜਾ ਕਿ ਇਹਦਾ ਕ੍ਰਿਟਿਸਿਜ਼ਮ ਕੀਤਾ, ਕਿਉਂਕਿ ਉਹ ਇਹ ਕਹਿ ਰਹੇ ਸੀ ਕਿ ਇਕੱਲਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਿਸੇ ਪਰਸਨ ਦੇ ਵਿੱਚ ਜਿਹੜਾ ਕਿ ਜਰਨਲ ਫੈਕਟਰ ਵੀ ਹੋਵੇ ਤੇ ਕਿਸੇ ਪਰਸਨ ਦੇ ਵਿੱਚ ਜਿਹੜਾ ਕਿ ਐਸ ਫੈਕਟਰ ਹੀ ਹੋਵੇ। ਦੋਵਾਂ ਨੂੰ ਇਹਨਾਂ ਵਿੱਚ ਸ਼ਾਮਿਲ ਕੀਤਾ ਜਾਂਦਾ, ਯਾਨੀ ਕਿ ਦੋਵਾਂ ਦਾ ਜਿਹੜਾ ਕਿ ਕੋਰਿਲੇਸ਼ਨ ਹੁੰਦਾ ਉਹ ਕਿਵੇਂ, ਮੈਂ ਤੁਹਾਨੂੰ ਇੱਥੇ ਜਿਹੜਾ ਕਿ ਇੱਕ ਪਿਕਚਰ ਦੇ ਦੁਆਰਾ ਡਰਾਅ ਕਰਕੇ ਡਿਸਕਸ ਕਰਦੇ ਹਾਂ ਆਪਾਂ ਕਿ ਇੱਕ ਜਿਹੜਾ ਕੀ ਆ ਹਰੇਕ ਦੇ ਵਿੱਚ ਦੇਖੋ ਜਰਨਲ ਜਿਹੜੀ ਕੀ ਆ ਅਬਿਲਿਟੀ ਹੁੰਦੀ ਹੈ ਨਾ, ਜਰਨਲ ਜਿਹੜੀ ਕੀ ਆ ਫੈਕਟਰ ਹੁੰਦਾ ਹਰੇਕ ਦੀ ਇੰਟੈਲੀਜੈਂਸੀ ਦੇ ਵਿੱਚ, ਤੇ ਉਹਦੇ ਵਿੱਚ ਜਿਹੜਾ ਕੀ ਆ ਐਸ ਫੈਕਟਰ ਵੀ ਸ਼ਾਮਿਲ ਕੀਤੇ ਜਾਂਦੇ ਆ। ਇੱਥੋਂ ਤੁਹਾਨੂੰ ਕਲੀਅਰ ਕਰਦੀ ਹਾਂ ਐਸ ਫੈਕਟਰ ਕਿਵੇਂ। ਦੇਖੋ ਹਰੇਕ ਪਰਸਨ, ਜੇਕਰ ਮੰਨ ਲਓ ਕਿਸੇ ਪਰਸਨ ਦਾ ਮਿਊਜ਼ਿਕ ਦੇ ਵਿੱਚ ਬਹੁਤ ਵਧੀਆ ਇੰਟਰਸਟ ਹੈਗਾ, ਮਿਊਜ਼ਿਕ ਵਿੱਚ ਉਹਦੀ ਸਕਿੱਲ ਬਹੁਤ ਵਧੀਆ ਹੈਗੀ ਆ, ਤਾਂ ਉਹਨੂੰ ਜਿਹੜਾ ਕੀ ਆ ਐਸ ਫੈਕਟਰ ਮੰਨਿਆ ਜਾਊਗਾ, ਯਾਨੀ ਕਿ ਉਹਦੀ ਸਪੈਸੀਫਿਕ ਇੰਟੈਲੀਜੈਂਸੀ ਹੋਊਗੀ ਜਿਹਦੇ ਵਿੱਚ ਜਰਨਲ ਵੀ ਤਾਂ ਐਡ ਹੋਊਗੀ। ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਕੱਲੀ ਸਪੈਸੀਫਿਕ ਅਲੱਗ ਹੁੰਦੀ ਆ, ਉਹਦੇ ਵਿੱਚ ਜਰਨਲ ਵੀ ਇੰਕਲੂਡ ਹੁੰਦੀ ਆ। ਇਸੇ ਤਰੀਕੇ ਨਾਲ ਜੇਕਰ ਕਿਸੇ ਪਰਸਨ ਦਾ ਜਿਹੜਾ ਕੀ ਆ ਕੁਕਿੰਗ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਹੈਗਾ, ਕੁਕਿੰਗ ਦੇ ਵਿੱਚ ਉਹਦੀ ਸਕਿੱਲ ਬਹੁਤ ਵਧੀਆ, ਤਾਂ ਉਹਦੀ ਜਿਹੜੀ ਕੀ ਸਪੈਸੀਫਿਕ ਕੀ ਹੋਊਗੀ ਇੰਟੈਲੀਜੈਂਸੀ ਕੁਕਿੰਗ ਹੋਊਗੀ ਤੇ ਵਿੱਚ ਜਰਨਲ ਵੀ ਇੰਕਲੂਡ ਹੋਊਗੀ। ਇਸੇ ਤਰੀਕੇ ਨਾਲ ਜੇਕਰ ਕਿਸੇ ਪਰਸਨ ਦਾ ਜਿਹੜਾ ਕੀ ਆ ਪੇਂਟਿੰਗ ਦੇ ਵਿੱਚ ਬਹੁਤ ਇੰਟਰਸਟ ਹੈਗਾ, ਤਾਂ ਉਹਦੇ ਵਿੱਚ ਵੀ ਜਿਹੜੀ ਕੀ ਆ ਐਸ ਜਿਹੜੀ ਫੈਕਟਰ ਉਹਦੀ ਪੇਂਟਿੰਗ ਹੋਗੀ ਤੇ ਜਿਹੜੀ ਦੂਸਰੀ ਜਿਹੜੀ ਕੀ ਆ ਉਹਦੀ ਜਰਨਲ ਵਾਲੀ ਹੋਊਗੀ। ਇਸੇ ਤਰੀਕੇ ਨਾਲ ਮਿਊਜ਼ਿਕ, ਕੁਕਿੰਗ ਤੇ ਪੇਂਟਿੰਗ ਵਾਲੇ ਅਲੱਗ-ਅਲੱਗ ਜਿਵੇਂ ਜਿਵੇਂ ਵਿਅਕਤੀਆਂ ਵਿੱਚ ਭਿੰਨਤਾਵਾਂ ਪਾਈਆਂ ਜਾਂਦੀਆਂ, ਹਰੇਕ ਦੀ ਸਪੈਸੀਫਿਕ ਇੰਟੈਲੀਜੈਂਸੀ ਜਿਹੜੀ ਕਿ ਅਲੱਗ ਹੁੰਦੀ ਆ। ਤਾਂ ਇਸੇ ਤਰੀਕੇ ਨਾਲ ਜੇਕਰ ਆਪਾਂ ਹੋਰ ਇਹਦੇ ਬਾਰੇ ਗੱਲ ਕਰੀਏ, ਕਿਸੇ ਪਰਸਨ ਦਾ ਜਿਹੜਾ ਕਿ ਐਜੂਕੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਆ, ਯਾਨੀ ਕਿ ਉਹਨੂੰ ਪੜ੍ਹਨ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਆ, ਤਾਂ ਉਹਦੀ ਸਪੈਸੀਫਿਕ ਇੰਟੈਲੀਜੈਂਸੀ ਇਹ ਹੋਊਗੀ। ਜੇਕਰ ਆਪਾਂ ਅਨਦਰ ਇੱਕ ਹੋਰ ਐਗਜ਼ਾਮਪਲ ਨਾਲ ਕਰਦੇ ਹਾਂ ਕਿ ਜਿਹੜੀ ਜੀ ਹੁੰਦੀ ਆ ਜਾਂ ਜਿਹੜਾ ਐਸ ਹੁੰਦਾ ਕਾਰਕ, ਇਹਨਾਂ ਦੋਵਾਂ ਦਾ ਜਿਹੜਾ ਕੀ ਹੈ ਕੋਰਿਲੇਸ਼ਨ ਹੁੰਦਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਜੀ ਹੀ ਇਕੱਲੀ ਇੰਪੋਰਟੈਂਟ ਹੈ, ਠੀਕ ਹੈ। ਜੀ ਦਾ ਮਤਲਬ ਕੀ ਸੀਗਾ, ਜਰਨਲ ਅਬਿਲਿਟੀ, ਠੀਕ ਹੈ, ਤੇ ਐਸ ਦਾ ਮਤਲਬ ਸੀਗਾ ਸਪੈਸੀਫਿਕ ਅਬਿਲਿਟੀ। ਇਹਨਾਂ ਦੋਵਾਂ ਦਾ ਜਿਹੜਾ ਕੀ ਆ ਕੋਰਿਲੇਸ਼ਨ ਹੁੰਦਾ, ਠੀਕ ਹੈ। ਇਹਨਾਂ ਦੋਵਾਂ ਦਾ ਜਿਹੜਾ ਕੋਰਿਲੇਸ਼ਨ ਹੁੰਦਾ, ਤਾਂ ਇਹ ਚੀਜ਼ ਜਿਹੜੀ ਕੀ ਆ ਬਹੁਤ ਹੀ ਜ਼ਿਆਦਾ ਜਿਹੜੀ ਕੀ ਆ ਇੰਪੋਰਟੈਂਟ ਹੈਗੀ ਆ। ਤਾਂ ਇਸ ਚੀਜ਼ ਨੂੰ ਲੈ ਕੇ ਜਿਹੜਾ ਕੀ ਆ ਇਹਦਾ ਕ੍ਰਿਟਿਸਿਜ਼ਮ ਹੋਇਆ ਸੀ, ਤਾਂ ਉਸ ਤੋਂ ਬਾਅਦ ਜਿਹੜਾ ਸਪੀਅਰਮੈਨ ਨੇ ਇਹਨੂੰ ਗਰੁੱਪ ਫੈਕਟਰ ਦਿੱਤਾ। ਇਹਦੇ ਵਿੱਚ ਨੋਰਮਲੀ ਵੈਸੇ ਤਾਂ ਥਿਊਰੀ ਵਿੱਚ ਕਾਮਨ ਜੇ ਕੁਐਸਚਨ ਪੁੱਛੇ ਜਾਂਦੇ ਆ ਕਿ ਜੀਐਸ ਫੈਕਟਰ ਕਿਹਨੇ ਦਿੱਤਾ, ਤਾਂ ਤੁਸੀਂ ਕਹਿ ਸਕਦੇ ਹੋ ਕਿ ਸਪੀਅਰਮੈਨ ਨੇ ਦਿੱਤਾ, ਠੀਕ ਹੈ। ਇਹਨੂੰ ਜਿਹੜਾ ਕੀ ਆ ਫੈਕਟਰ ਐਨਾਲਾਈਜ਼ ਦਾ ਜਿਹੜਾ ਕੀ ਆ ਫਾਦਰ ਵੀ ਕਿਹਾ ਜਾਂਦਾ। ਤਾਂ ਇਸ ਤਰੀਕੇ ਦੇ ਕੁਐਸਚਨ ਜਿਹੜੇ ਕਿ ਇੰਪੋਰਟੈਂਟ ਹੈਗੇ ਆ। ਅੱਜ ਦੀ ਆਪਣੀ ਵੀਡੀਓ ਦੇ ਵਿੱਚ ਜਿਹੜਾ ਕਿ ਆਪਾਂ ਸਾਰੇ ਟੌਪਿਕ ਬਾਰੇ ਡਿਸਕਸ ਕਰ ਲਿਆ। ਇਸ ਤੋਂ ਬਾਅਦ ਜਿਹੜੇ ਕਿ ਆਪਾਂ ਨੈਕਸਟ ਇੰਟੈਲੀਜੈਂਸੀ ਦੀਆਂ ਥਿਊਰੀਆਂ ਨੂੰ ਹੋਰ ਵੀ ਡਿਟੇਲ 'ਚ ਪੜ੍ਹਾਂਗੇ ਨੈਕਸਟ ਕਲਾਸ ਦੇ ਵਿੱਚ। ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਮੈਨੂੰ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ। ਮੇਰੀ ਇਸ ਵੀਡੀਓ ਨੂੰ ਵਾਚ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।